ਆ ਕੇ ਬਹਿ ਗਿਆ ਉਹਨੇ अस्सलाम वालेकुम जी मैं वालेकुम सलाम सैंपल ਉਹਨੇ ਲਿਆਂਦੇ 5-7 ਮੈਨੂੰ ਆਂਦਾ ਭਾਜੀ ਵੇਖੋ ਤੁਹਾਡੇ ਸਾਹਮਣੇ ਦਫ਼ਤਰ ਬਣਾਇਆ ਤੇ ਆਪਣੀਆਂ ਗੱਡੀਆਂ ਨੇ ਪਹੁੰਚ ਇੱਟਦੇ ਨੇ ਮੈਂ ਯਾਰ ਮੇਰੀਆਂ ਤੇ ਆਪਣੀਆਂ 2 ਗੱਡੀਆਂ ਨੇ ਮੈਂ ਆਪ ਲਾਣਾ ਜਦੋਂ ਨੇ ਇਹ ਸੁਣਿਆ ਤਾਂ ਮੈਨੂੰ ਆਂਦਾ ਮਲਕ ਜੀ ਤੁਸੀਂ ਆਪ ਜਦੋਂ ਸਪਲਾਇਰ ਜੇ ਤਾਂ ਤੁਸੀਂ ਮੈਨੂੰ ਤਾਂ ਦੱਸੋ ਮੈਂ ਤੇ ਉਧਰੋਂ ਗੱਡੀਆਂ ਮੰਗਾਵਾਂਗਾ ਮੇਰੀ ਤੇ ਭੇਂਦੇ ਬੜੀ ਨੇ ਖੱਚ ਮੇਰੇ ਨਾਲ ਮਾਰਦੇ ਨੇ ਮੈਂ ਅੱਛਾ ਤੈਨੂੰ ਜੇ ਨੀਡ ਚਾਹੀਦੀ ਲੈ ਲਿਆ ਕਰ ਅਸੀਂ ਕਿਦੋਂ ਪੈਸੇ ਕਿਸ ਤਰ੍ਹਾਂ ਲੈਂਦੇ ਮੈਂ ਜੀ ਕੈਸ਼ ਘਟੀਆ ਬੰਦਾ ਸੀ ਮੈਂ ਹੀ ਵੈਸੇ ਬਹੁਤ ਲੈਂਦੇ ਲੇਕਿਨ ਨਾ ਵਾਕਫ ਹੈ ਨਾ ਬੰਦਾ ਉਹਦੇ ਤੋਂ ਹੀ ਕੈਸ਼ ਹੀ ਲੈਂਦੇ ਉਹਨੇ ਠੀਕ ਹੈ ਜੀ ਉਹ ਸ਼ਾਮ ਨੂੰ ਆ ਗਿਆ ਵਾਪਸ ਸ਼ਾਮ ਨੂੰ ਆਇਆ ਉਹਨੇ ਮੈਨੂੰ ਆਇਆ ਤੇ ਉਹਨੇ ਆ ਗਿਆ ਜੀ 2 ਗੱਡੀਆਂ ਨਾ ਪਾਗਰਬ ਚਵਲਾਂ ਦੀਆਂ ਭੇਜ ਦਿਓ ਕੀ ਰੇਟ ਮੈਂ ਜੀ ਫਲਾਣਾ ਰੇਟ ਉਹ ਬਣਿਆ ਮੇਰਾ 60,000 ਰੁਪਈਆ ਉਦੋਂ 3,000 ਰੇਟ ਸੀ ਉਹਨੇ ਇੰਜ ਕਾਪੀ ਲੱਖ ਦੀ ਮੈਨੂੰ ਦਿੱਤੀ ਮੈਂ ਜੀ ਇਹ ਤੇ ਲੱਖ 60 ਬਣਦਾ ਉਹਨੇ ਹਰਾ ਲਓ ਜੀ ਫਿਰ ਕਰ ਮੈਂ ਲੱਖ ਰੁਪਈਆ ਰੱਖਿਆ ਮੈਂ ਠੀਕ ਹੈ 2 ਫੇਰੇ ਲਾਏ ਅਗਲੇ ਦਿਨ ਫਿਰ ਆ ਗਿਆ ਜੀ 2 ਗੱਡੀਆਂ ਹੋਰ ਭੇਜ ਦਿਓ ਫਿਰ ਲੱਖ ਮੈਨੂੰ ਦੇ ਮੈਂ ਜੀ ਤੁਹਾਡਾ ਅੱਗੇ 40 ਬਚਦਾ ਉਹਨਾਂ ਨਹੀਂ ਤੁਸੀਂ ਨਾ ਲੱਖ ਮੇਰੇ ਪੈਸੇ ਮੇਰੇ ਤੁਹਾਡੇ ਲਾਣ ਨਾ ਮੈਂ ਉਧਾਰ ਕੰਮ ਹੀ ਨਹੀਂ ਕਰਨਾ ਠੀਕ ਹੈ ਉਹਨੇ ਫਿਰ ਲੱਖ ਮੈਨੂੰ ਦਿੱਤਾ ਮੈਂ 2 ਗੱਡੀਆਂ ਭੇਜੀਆਂ 2 ਦੇ ਐਡਵਾਂਸ ਹੋ ਗਏ ਨਹੀਂ 2 ਫਲਾਣੀਆਂ ਮੈਂ ਭੇਜ ਦਿਓ ਮੈਂ ਭੇਜਦੀਆਂ 30 ਦਫਾ ਨਹੀਂ ਪੈਸੇ ਦਿੱਤੇ 34 ਦਫਾ ਆਇਆ ਫਿਰ ਲੱਖ ਰੁਪਈਆ ਦੇ ਗਿਆ 2 ਗੱਡੀਆਂ ਭੇਜ ਦਿਓ ਮੈਂ ਠੀਕ 5 ਦਫਾ ਆਇਆ ਕਿ ਫਿਰ ਕਾਪੀ ਮੈਨੂੰ 4 ਦਫਾ ਉਹ ਲੱਖ ਦੀ ਕਾਪੀ ਦੇ 40,000 ਉਹਦਾ ਮੇਰੇ ਹਾਲ ਹੀ ਰਿਹਾ ਹਰ ਐਡਵਾਂਸ ਹੀ ਰਿਹਾ ਫਿਰ ਇੱਕ ਦਿਨ ਆ ਗਿਆ ਉਹ ਭਾਜੀ ਇੱਕ ਦਿਨ ਨਾਲ ਸਲਾਹ ਕਰਨੀ ਮੈਂ ਕਿਹਾ ਕੀ ਕਰਨੀ ਮੈਂ ਕਿਹਾ ਯਾਰ ਇੱਕ ਸਾਈਡ ਤੋਂ ਮੈਨੂੰ ਆਂਦੇ 50,000 ਰੇਟ ਪੂਰੀ ਕਰ ਤੇ ਜਦੋਂ 50,000 ਰੇਟ ਪੂਰੀ ਹੋ ਜਾਏ 60,000 ਰੇਟ ਪੂਰੀ ਕਰ 60,000 ਰੇਟ ਜਦੋਂ ਪੂਰੀ ਹੋ ਗਈ ਉਦੋਂ ਪੇਮੈਂਟ ਦਾ ਤੇ ਤੁਸੀਂ ਇੰਜ ਕਰੋ ਜਾਂ ਤਾਂ ਮੇਰੇ ਤੋਂ ਚੈੱਕ ਲੈ ਲਓ ਤੇ ਜਾਂ ਤੁਸੀਂ ਇਹ ਸੁੱਟ ਦਿਓ ਜਿਵੇਂ ਤੁਹਾਨੂੰ ਬਿਹਤਰ ਲੱਗਦਾ ਪੇਮੈਂਟ ਉੱਥੋਂ ਆਪਾਂ ਨੂੰ ਇੰਜ ਮਿਲਣੀ ਜਾਂ ਮੈਂ ਤੁਹਾਡੀ ਮਾਲਕ ਨਾਲ ਡਾਇਰੈਕਟ ਕਰ ਦੂੰ ਮੈਂ ਯਾਰ 2-3 ਦਿਨਾਂ ਇਹਦੇ ਐਡਵਾਂਸ ਹੀ ਆਪਣੇ ਨਾਲ ਪੈਸੇ ਰਹਿੰਦੇ ਨੇ ਮੈਂ ਕਿਹਾ ਭਾਰੀ ਬੰਦਾ ਹੈ ਤੇ ਮੈਂ ਬੰਦਾ ਚੰਗਾ ਤਾਂ ਮੈਂ ਚਲੋ ਯਾਰ ਇਹਦੇ ਨਾ ਲਾ ਕੇ ਲੈ ਲੈਣੀ ਉਹ ਮੈਟ ਲਾਉਣੀ ਸ਼ੁਰੂ ਕਰ ਉਹ ਜਿੱਦਣ 50,000 ਰੇਟ ਹੋ ਗਈ ਨਾ ਪੂਰੀ 60 ਕਰਨੀ ਉਹ 55,000 ਵਾਲਾ ਫੇਰਾ ਡਰਾਈਵਰ ਲੈ ਗਿਆ ਤੇ ਉਹਨੇ ਮੈਨੂੰ ਦੱਸਿਆ ਉਹਨੇ ਆ ਕੇ ਆਖਿਆ ਭਾਜੀ ਇਹ ਜਿਹੜਾ ਬੰਦਾ ਇਹਦੇ ਤੋਂ ਪੈਸੇ ਲੈ ਲਿਆ ਜੇ ਮੈਂ ਕਿਹਾ ਨਹੀਂ ਅਜੇ ਲੈਣੇ ਆਂਦਾ ਮੈਨੂੰ ਡਾਊਟ ਹੈ ਭਾਜੀ ਕਿ ਉਹ ਪੈਸੇ ਲੈ ਕੇ ਨਿਕਲ ਗਿਆ ਉੱਥੋਂ ਉਹਨੂੰ ਫੋਨ ਕਰ ਮੈਂ ਤੁਸੀਂ ਫੇਰਾ ਲਾ ਆਂਦਾ ਸੀ ਲਾ ਕੇ ਗਨਾ ਕੇ ਪਰਚੀ ਲੈ ਲਈ ਮੈਂ ਚਲੋ ਠੀਕ ਮੈਂ ਉਹਦੇ ਸਾਈਡ ਤੇ ਗਿਆ ਮੈਂ ਪੁੱਛਿਆ ਜੀ ਇਹ ਇੱਟਾਂ ਦੀ ਪੇਮੈਂਟ ਕਿੰਨੇ ਦੇਣੀ ਉਹਨੇ ਜੀ ਉਹ ਫਲਾਣਾ ਬੰਦਾ ਲੈ ਗਿਆ ਅੱਛਾ ਉਹ ਡਰਾਈਵਰ ਵਾਲੀ ਗੱਲ ਸੱਚੀ ਹੋਈ ਮੈਂ ਕਿਹਾ ਜੀ ਕਿਸ ਰੇਟ ਨਾਲ ਦਿੱਤੇ ਜੀ ਉਹਨੂੰ ਮੈਂ ਉਦੋਂ ਲਾਉਂਦਾ ਹੁੰਦੀ 3,000 ਨੂੰ ਉਹਨੇ ਉੱਥੇ ਲਾਈ 2,700 ਅੱਛਾ ਮੈਂ ਉਹਨੂੰ ਫੋਨ ਕੀਤਾ ਮੈਂ ਭਾਜੀ ਕਿੱਥੇ ਜੇ ਮੈਂ ਮਲਕ ਜੀ ਮਾਲਟਾਊਨ ਬੈਂਕ 'ਚ ਹੈਗਾ ਪੰਜਾਬ ਬੈਂਕ 'ਚ ਤੁਸੀਂ ਕਿੱਥੇ ਹੋ ਮੈਂ ਕਿਹਾ ਜੀ ਮੈਂ ਇੱਥੇ ਪਾਗਰ ਮੈਂ ਸਾਈਡ ਦਿਹਾੜੀ ਤੇ ਉਹ ਪੇਮੈਂਟ ਮਿਲ ਗਈ ਉਹਨਾਂ ਚੈੱਕ ਦੇ ਦਿੱਤਾ ਤੇ ਮੈਂ ਕੈਸ਼ ਕਰਾ ਰਿਹਾ ਤੇ ਤੁਸੀਂ ਇੱਥੇ ਪੰਜਾਬ ਬੈਂਕ ਆ ਜਾਓ ਮਾਲਟਾਊਨ ਆ ਜਾਓ ਆ ਸਕਦੇ ਜੀ ਬੜੀ ਗਰਮੀ ਆ ਜੀ ਗਰਮੀ ਵੀ ਉਹਨੇ ਮੈਂ ਅੱਜ ਹੀ ਜੂਨ ਜੁਲਾਈ ਮੈਂ ਮਾਰੀ ਮੋਟਰਸਾਈਕਲ ਨੂੰ ਦਵਾ ਕਿੱਕ ਲੀੜਾ ਵਲੇਟਿਆ ਤੇ ਮੈਂ ਉੱਥੇ ਪੰਜਾਬ ਬੈਂਕ ਚਲਾ ਗਿਆ ਮੈਂ ਉੱਥੇ ਜਾ ਫੋਨ ਕੀਤਾ ਤੇ ਮੈਨੂੰ ਆਂਦਾ ਆ ਜਾ ਅੰਦਰ ਆ ਜਾ ਮੈਂ ਅੰਦਰ ਚਲਾ ਗਿਆ ਤੇ ਅੰਦਰ ਉਹ ਹੈ ਅੱਛਾ ਮੈਂ ਉੱਥੇ ਬਹਿ ਰਿਹਾ ਬਹਿ ਮੈਂ ਫੋਨ ਕੀਤਾ ਭਾਈ ਤੁਸੀਂ ਕਿੱਥੇ ਜੇ ਉਹਨੇ ਤੂੰ ਕਿੱਥੇ ਹੈ ਮੈਂ ਇੱਥੇ ਬੈਂਕ ਓਹੋ ਮੇਰੇ ਮੂੰਹ ਮਾਲਟਾਊਨ ਨਿਕਲ ਗਿਆ ਫੇਸ 6 'ਚ ਆ ਮੈਂ ਔਰ ਫੇਸ 5 'ਚ ਆ ਵਾਹ ਬਲਾਕ ਉੱਥੇ ਆ ਜਾ ਮੈਂ ਚੋਰ ਸਾਹਿਬ ਇhtiyati ਨਾ ਕਰੋ ਅਸਲ ਗੱਲ ਦੱਸੋ ਕਿੱਥੇ ਜੇ ਤੇ ਫਿਰ ਮੈਂ ਉੱਥੇ ਆਵਾਂ ਆ ਵੇਖ ਲਾ ਯਾਰ ਜਾਂ ਤੇ ਉੱਥੇ ਆਇਆ ਤੇ ਜਾਂ ਮੈਂ ਤੈਨੂੰ ਪੇਮੈਂਟ ਪਹੁੰਚਾ ਦਾਂਗਾ ਮੈਂ ਨਹੀਂ ਮੈਂ ਉੱਥੇ ਹੀ ਭਾਈ ਆਇਆ ਆਂਦਾ ਉੱਥੇ ਆ ਜਾ ਮੈਂ ਉੱਥੇ ਚਲਾ ਗਿਆ ਉੱਥੇ ਪੰਜਾਬ ਬੈਂਕ ਲੱਭਿਆ ਉੱਥੇ ਪਹੁੰਚ ਗਿਆ ਉੱਥੇ ਜਾ ਕੇ ਅੰਦਰ ਵੇਖਿਆ ਤੇ ਲੈਣਾ ਲੱਗੀਆਂ ਕੋਈ ਇੱਧਰ ਨੂੰ ਮੈਂ ਵੇਂਦਾ ਫੁੰਦਾ ਰਿਹਾ ਮੈਨੂੰ ਨਜ਼ਰ ਨਹੀਂ ਆਇਆ ਮੈਂ ਫੋਨ ਕੀਤਾ ਮੈਂ ਚੋਰ ਸਾਹਿਬ ਕਿੱਥੇ ਜੇ ਮੈਂ ਅੰਦਰ ਹੀ ਆ ਮੈਂ ਇੱਥੇ ਮੈਂ ਮੈਨੂੰ ਦੇਖ ਗਿਆ ਤੂੰ ਬੈਠ ਤੂੰ ਮੈਂ ਬਸ ਕੈਸ਼ ਲੈ ਕੇ ਆ ਰਿਹਾ ਹਾਂ ਠੀਕ ਕਿੰਨਾ ਬਿੱਲ ਬਣਿਆ ਆਪਣਾ ਮੈਂ ਕਿਹਾ ਜੀ 5 ਲੱਖ ਤੇ ਕੋਈ 38,000 ਰੁਪਈਆ ਠੀਕ ਹੈ ਮੈਂ ਆ ਰਿਹਾ ਮੈਂ ਚਲੋ ਠੀਕ ਮੈਂ ਬਹਿ ਗਿਆ ਨਾ ਫੋਨ ਕਰ ਮੈਂ ਜਿਉਂ ਫੋਨ ਮਿਲਾਉਣ ਲੱਗਾ ਚੋਰ ਸਾਹਿਬ ਜਿਉਂ ਫੋਨ ਮਿਲਾਉਣ ਲੱਗਾ ਫੋਨ ਕਰ ਆਫ ਇੱਕ ਦਿਨ ਇੰਤਜ਼ਾਰ ਕੀਤਾ 2 ਦਿਨ 3 ਦਿਨ ਮੈਂ ਆਉਂਦਾ ਨਾ ਭਾਈ ਮੇਰਾ CIA ਤੇ ਉਹਦੇ ਤੋਂ ਜਾ ਡਾਟਾ ਕਢਵਾਇਆ ਨਾ ਅਸੀਂ ਸਿਮ ਕਢਾ ਲਈ ਉਦੋਂ ਨਹੀਂ ਸੀ ਰੌਲਾ ਹੁੰਦਾ ਜਿਹੜਾ ਨਾ ਹੀ ਨਹੀਂ ਹੁੰਦੀ ਉਹ ਨਾ ਹੀ ਨਹੀਂ ਸੀ ਹੁੰਦੀ ਉਦੋਂ ਸਿਆਪਾ ਵੀ ਤਾਂ ਹੀ ਹੋਇਆ ਮੈਂ ਉਹ ਸਿਮ ਕਢਾ ਕੇ ਤੇ ਫੋਨ 'ਚ ਪਾਉਣ ਦੀ ਦੇਰ ਹੋਈ ਤਾਂ ਫੋਨ ਪਹਿਲਾਂ ਸਭ ਤੋਂ ਲਾਹੌਰੀਆਂ ਦਾ ਲਾਹੌਰ ਸਿਮਟ ਵਾਲਾ ਉਹਨੇ ਹਾਂ ਯਾਰ ਭਾਈ ਤੁਸੀਂ ਉਦੋਂ ਦਾ ਫੋਨ ਬੰਦ ਕੀਤਾ ਸਿਮਟ ਲੈ ਗਿਆ ਉਹ ਆਂਦੇ ਪੇਮੈਂਟ ਲੈ ਗਿਆ ਕਿੱਥੇ ਜੇ ਤੁਸੀਂ ਉਹ ਮੈਂ ਕਿਹਾ ਤੂੰ ਕੌਣ ਬੋਲ ਰਿਹਾ ਮੈਂ ਫਲਾਣਾ
ਉਹ ਮੈਂ ਭਰਾਵਾ ਮੈਂ ਇੰਜ ਹੀ ਸਿਮ ਕਢਾਈ ਹੈ ਮੇਰੇ ਨਾਲ ਤੇ ਆਪ ਫਰਾਡ ਹੋਇਆ ਮੈਂ ਮਲਕ ਬੋਲਣ ਡਿਆ ਉਹਨੇ ਮਲਕ ਜੀ ਤੁਸੀਂ ਕਿਉਂ ਮੈਂ ਮੇਰੀ ਤੇ ਆਪਣੀ ਭੇਂਗ ਲੈ ਗਿਆ ਉਹਨੇ ਸਾਡੀ ਵੀ 700 ਬੋਰੀ ਲਵਾ ਗਏ ਸਹੀ ਦੂਸਰਾ ਫੋਨ ਆ ਗਿਆ ਉਹਦੇ ਨਾਲ ਹੀ ਜਿਹੜੇ ਸਰੀਏ ਵਾਲੇ ਨੇ ਉਹਨਾਂ ਆ ਜੀ ਇੰਜ ਹੀ ਉਹ ਬੰਦਾ ਭਾਜੀ ਕਿੱਥੇ ਜੇ ਉਹ ਪੈਸੇ ਸਾਡੇ ਲਵਾਓ ਅਸੀਂ ਪੈਸੇ ਪਿੱਛੇ ਪੇਮੈਂਟ ਕਰਨੀ ਤੂੰ ਫੋਨ ਬੰਦ ਕੀਤਾ 3 ਦਿਨ ਮੈਂ ਭਾਜੀ ਆਪਣੇ ਸਾਰਿਆਂ ਨਾਲ ਫਰਾਡ ਹੋ ਗਿਆ ਤੇ ਇੰਜ ਤੀਸਰੇ ਬੰਦੇ ਦਾ ਇੱਟਾਂ ਵਾਲੇ ਦਾ ਮੁਹੰਮਦ ਹਸਨ ਭੱਟੀ ਹੈਗਾ ਇਹਨੂੰ ਪਤਾ ਹੈ ਉਹਦਾ ਕਾਣਾ ਜਿਹਾ ਉਹਨਾਂ ਦਾ ਉਹਨੇ ਫੋਨ ਕੀਤਾ ਉਹਨੇ ਭਾਜੀ ਕਿੱਥੇ ਮਰ ਗਿਆ ਥਾਂ ਮੈਂ ਭੱਠੇ ਵਾਲੇ ਮੇਰੇ ਮਗਰ ਚੜੇ ਨੇ ਤੁਸੀਂ ਪੈਸੇ ਉਦੋਂ ਦੇ ਦਿੱਤੇ ਹੀ ਨਹੀਂ ਉਹਦੇ ਤੋਂ 5 ਫੇਰੇ ਲਵਾਏ ਸੀ ਉਹਦਾ ਪੌਣੇ 3 ਲੱਖ ਉਹ ਵੀ ਮਗਰ ਮੈਂ ਸਾਰੇ ਆ ਜਾਓ ਅਸੀਂ ਫਿਰ ਸਾਰੇ ਭਰਾਵਾ ਇਕੱਠੇ ਹੋਏ ਨਸ਼ਤਰ ਇਕੱਠੇ ਹੋ ਕੇ ਤੇ ਅਸੀਂ ਪਰਚਾ ਕਰਾਉਣ ਗਿਆ ਤੇ ਉਹ ਪੁਲਿਸ ਵਾਲਾ ਸਾਡਾ ਗਿਆ ਤੇ ਨਾ ਜਾਂ ਦੁਕਾਨ ਵਿੱਚ ਅੰਦਰ 2 ਐਵੀਆਂ ਕੁਰਸੀਆਂ ਇੱਕ ਉਹ ਰਹਿ ਗਿਆ ਜਿੰਨੇ ਦੇਖਣਾ ਆਪਣੀਆਂ ਲੈ ਜਾਓ ਚੁੱਕ ਕੇ ਦਿਹਾੜੀ ਬੰਦੇ ਦਾ ਨਾ ਸ਼ਨਾਤੀਗਾ ਨਾ ਡਰੈਸ ਨਾ ਲੈਣਾ ਨਾ ਤੇ ਲਓ ਜੀ ਇਸ ਤਰ੍ਹਾਂ ਦੇ ਫਰਾਡ ਹੋ ਫਿਰ ਉਸ ਤੋਂ ਬਾਅਦ ਨਹੀਂ ਲੱਭਾ ਬੰਦਾ ਨਹੀਂ ਅੱਜ ਤੱਕ ਨਹੀਂ ਲੱਭਾ ਹੀ ਉਹ ਸਾਰੇ ਬੰਦੇ ਰੋਜ਼ਾਨਾ ਹੀ ਮੋਟਰਸਾਈਕਲਾਂ ਦੇ ਕਦੀ ਡਿਫੈਂਸ ਪੂਰਾ ਛਾਣਦੇ ਕਦੀ ਅਸੀਂ ਉਹ ਇਸ ਸਾਈਡ ਤੇ ਜਾਈਏ ਵਾਲਟਨ ਵਾਲੀ ਸਾਈਡ ਤੇ ਕਦੀ ਅਸੀਂ ਜਾਈਏ ਉਧਰ ਨੂੰ ਉਹ ਮਲੇਸ਼ੀਆ ਟਾਊਨ ਨੂੰ ਕਦੀ ਕਿਤੇ ਮਤਲਬ ਜਿੱਧਰ ਕੰਮ ਸੀ ਨਾ ਅਸੀਂ ਕੋਈ ਇਲਾਕਾ ਨਹੀਂ ਛੱਡਿਆ ਚੋਸਾ ਇਹ ਗੱਲ ਨੂੰ ਟੋਟਲ ਕਿੰਨਾ ਫਰਾਡ ਟੋਟਲ ਹੋਇਆ ਟੋਟਲ ਫਰਾਡ 65 ਲੱਖ ਰੁਪਏ ਦਾ 65 ਲੱਖ ਰੁਪਏ ਦਾ 65 ਲੱਖ ਰੁਪਏ ਦਾ ਇਧਰੋਂ ਫਰਾਡ ਕਰ ਔਰ ਉਹਨਾਂ ਸਾਰਿਆਂ ਨੂੰ ਵੀ ਇੰਜ ਹੀ ਕਾਪੀਆਂ ਹੀ ਦਿੰਦਾ ਰਿਹਾ ਉਹ ਵੀ ਤਾਂ ਹੀ ਸਾਰੇ ਦਿਮਾਗ 'ਚ ਲਾਹੌਰੀਏ ਇੱਕ ਬੋਰੀ ਘੜ ਜੇ ਤੇ ਕਿਸੇ ਨੂੰ ਦੂਸਰੀ ਸੀਮੈਂਟ ਦੀ ਬੋਰੀ ਨਹੀਂ ਲਾਉਂਦੇ ਉਹ ਬੋਰੀ ਵਾਪਸ ਲੈ ਜਾਂਦੇ ਗੱਡੀ ਤੇ ਲੱਦ ਕੇ ਇੰਜ ਹੀ ਗੱਲ ਹੈ ਅੱਜ ਤੱਕ